ਹਸਪਤਾਲ ਦਾ ਰਾਉਂਡ ਕਰਨ ਤੇ ਇਹਨਾਂ ਨੂੰ ਅਸਲੀਅਤ ਪਤਾ ਲੱਗੇ। ਜੇ ਤੁਸੀਂ ਵੇਖ ਸਕਦੇ ਜੀ ਉੱਥੇ ਕੁੱਤੇ ਚੂਹੇ ਘੁੰਮਣ ਡੇ ਆ, ਗੱਦੇ ਪਾਟੇ ਗਏ ਆ, ਉੱਲੀ ਪਏ ਆ, ਪਿੱਛੂ ਪਏ ਆ, ਉਹਨਾਂ ਨੂੰ ਕੀੜੇ ਚੱਲਣ ਡੇ ਉਹਨਾਂ ਦੇ ਉੱਤੇ। ਕੀ ਇਹ ਮਰੀਜ਼ ਪੈਣ ਦੇ ਯੋਗ ਹੈਗਾ? ਇਹ ਵਾਇਲੇਸ਼ਨ ਆਫ ਹਿਊਮਨ ਰਾਈਟ ਹੈਗੀ ਆ। ਤੇ ਜੇ ਸਿਹਤ ਦਾ ਆਹ ਹਾਲ ਆ ਵੀ ਕੁੱਤੇ ਬਿੱਲੀਆਂ ਮੰਜੇ ਤੇ ਪਏ ਆ, ਉੱਥੇ ਮੁੱਤਣ ਡੇ ਆ, ਉਹਦੇ ਉੱਤੇ ਮਰੀਜ਼ ਲੰਮੇ ਪਾਣੇ ਆ, ਤੇ ਫਿਰ ਨਰਕ ਦੇ ਸਾਖਸ਼ਾਤ ਵੇਖਣਾ ਹੋਵੇ ਤੇ ਟੀਵੀ ਹਸਪਤਾਲ 'ਚ ਵੇਖ ਲਓ ਜਾ ਕੇ। ਇਹ ਦੇਖੋ ਜੀ, ਅਸੀਂ ਡਿਮਾਂਡਸ ਜਿਹੜੀਆਂ ਰੈਗੂਲਰਲੀ ਭੇਜ ਰਹੇ ਹਾਂ ਗਵਰਨਮੈਂਟ ਨੂੰ। ਜਦੋਂ ਵੀ ਆਉਣਗੀਆਂ ਅਸੀਂ ਸਾਰਾ ਕਰਾਂਗੇ ਉਹਨੂੰ ਤਿਆਰ। ਜਿਹੜੀ ਗੱਦਿਆਂ ਦੀ ਡਿਮਾਂਡ ਹੈ ਤੇ ਅਸੀਂ ਬਹੁਤ ਸਮੇਂ ਤੋਂ ਭੇਜ ਰਹੇ ਹਾਂ, ਰਿਪੀਟਡਲੀ ਭੇਜ ਰਹੇ ਹਾਂ। ਉਹ ਤੇ ਸਾਡੀ ਡਿਮਾਂਡ ਹਾਲੇ ਤੱਕ ਨਹੀਂ ਪੂਰੀ ਹੋਈ। ਸਿਰਫ 20-22 ਦਰਜਾ 4 ਹੈ, ਜਦੋਂ ਕਿ ਸਾਡੇ ਕੋਲ 80 ਪੋਸਟਾਂ ਨੇ ਦਰਜਾ 4 ਦੀਆਂ। ਅਸੀਂ 22 ਬੰਦਿਆਂ ਕੋਲੋਂ ਕੰਮ ਕਰਾ ਰਹੇ ਹਾਂ ਸਾਰਾ। ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ ਤਾਂ ਤੁਸੀਂ ਦੇਖ ਰਹੇ ਹੋ D4U ਨਿਊਜ਼। ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ TB ਹਸਪਤਾਲ ਦੇ ਵਿੱਚ। ਤੁਹਾਨੂੰ ਉਹ ਘਟਨਾ ਤਾਂ ਯਾਦ ਹੋਣੀ ਹੈ ਪਿਛਲੇ ਹਫਤੇ ਦੀ, ਜਦੋਂ ਚੇਤਨ ਸਿੰਘ ਜੌੜਾ ਮਾਜਰਾ ਜਾਂਦੇ ਨੇ ਫਰੀਦਕੋਟ ਦੇ ਸ਼੍ਰੀ ਗੁਰੂ ਹਰਗੋਬਿੰਦ ਕਾਲਜ ਦੇ ਵਿੱਚ, ਤੇ ਉੱਥੇ ਵਾਈਸ ਚਾਂਸਲਰ ਨੂੰ ਇੱਕ ਗੰਦੇ ਬੈੱਡ ਤੇ ਲੇਟਣ ਨੂੰ ਆਖਿਆ ਜਾਂਦਾ ਹੈ। ਲੇਕਿਨ ਉੱਥੇ ਵਾਈਸ ਚਾਂਸਲਰ ਲੇਟ ਵੀ ਜਾਂਦੇ ਨੇ ਤੇ ਕਿੰਨਾ ਬਵਾਲ ਮਚਦਾ ਹੈ। ਤੁਹਾਨੂੰ ਇੱਥੇ ਅਸੀਂ ਦਿਖਾਉਂਦੇ ਹਾਂ ਵੀ ਇੱਥੇ ਬੈੱਡ ਤਾਂ ਹੈਗੇ ਆ, ਪਰ ਬੈੱਡਾਂ ਦੇ ਹਾਲਾਤ ਕੀ ਨੇ। ਇਹ ਗੱਦੇ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਕੁਝ ਦਿਨ ਪਹਿਲੇ ਹੁੰਦਾ ਹੈ, ਚੇਤਨ ਸਿੰਘ ਜੌੜਾ ਮਾਜਰਾ ਜਾਂਦੇ ਸ਼੍ਰੀ ਹਰਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਵਾਈਸ ਚਾਂਸਲਰ ਨੂੰ ਇਸ ਤਰ੍ਹਾਂ ਦਾ ਗੱਦਾ ਦੇਖ ਕੇ ਉਹਨੂੰ ਲੇਟਣ ਲਈ ਕਹਿ ਦਿੰਦੇ ਨੇ। ਬਹੁਤ ਬਵਾਲ ਮਚਦਾ ਹੈ। ਲੇਕਿਨ TB ਹਸਪਤਾਲ ਦੇ ਵਿੱਚ ਤੁਹਾਨੂੰ ਲੈ ਕੇ ਆਏ, ਤੁਸੀਂ ਦੇਖੋ ਕਿਸ ਤਰ੍ਹਾਂ ਇੱਥੇ ਗੱਦੇ ਨੇ। ਆਲਮ ਕੀ ਹੈ, ਮਰੀਜ਼ਾਂ ਨੂੰ ਦਵਾਈ ਮਿਲਦੀ ਨਹੀਂ, ਤੇ ਆਖਿਰਕਾਰ ਸਰਕਾਰੀ ਹਸਪਤਾਲ ਇਹ ਸਿਰਫ ਕੀ ਨਾਂ ਦੇ ਰਹਿ ਗਏ ਨੇ, ਇਹ ਸਮਝ ਤੋਂ ਪਰਾਂ ਹੈ। ਜਿੱਥੇ ਮਰੀਜ਼ਾਂ ਨੂੰ ਹੋਣਾ ਚਾਹੀਦਾ ਉੱਥੇ ਕੁੱਤੇ ਫਿਰਦੇ ਨੇ, ਬਿੱਲੀਆਂ ਫਿਰਦੀਆਂ ਨੇ, ਤੇ ਮਰੀਜ਼ ਇੱਥੇ ਕਰਨ ਕੀ। ਸਿਰਫ ਐਮਰਜੈਂਸੀ 'ਚ ਹੀ ਕੁਝ ਮਰੀਜ਼ ਦਾਖਲ ਸੀਗੇ। ਇਹ TB ਹਸਪਤਾਲ ਐਡਾ ਪੁਰਾਣਾ ਹਸਪਤਾਲ ਹੈ ਕਿ ਪੂਰੇ ਕੋਈ ਸਮਾਂ ਸੀਗਾ ਪੰਜਾਬ, ਹਰਿਆਣਾ, ਹਿਮਾਚਲ ਤੋਂ ਇੱਥੇ ਲੋਕ ਆਪਣੀਆਂ ਦਵਾਈਆਂ ਲੈਣ ਆਉਂਦੇ ਸਨ। ਲੋਕਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਸੀ। ਕਹਿਣ ਨੂੰ ਇੱਥੇ ਐਮਰਜੈਂਸੀ ਤਾਂ ਬਣਾਈ ਗਈ ਹੈ, ਪਰ ਐਮਰਜੈਂਸੀ 'ਚ ਦਵਾਈ ਕੋਈ ਨਹੀਂ ਮਿਲਦੀ। ਮਰੀਜ਼ਾਂ ਦੇ ਹੱਥ 'ਚ ਇੱਕ ਲੰਬੀ ਚੌੜੀ ਪਰਚੀ ਫੜਾ ਦਿੱਤੀ ਜਾਂਦੀ ਹੈ ਕਿ ਜਾਓ ਦਵਾਈਆਂ ਲੈ ਕੇ ਆਓ। ਗਰੀਬ ਇੱਥੇ ਲੋਕ ਆਉਂਦੇ ਨੇ ਜਿਨ੍ਹਾਂ ਕੋਲ ਕਿ ਖਾਣ ਨੂੰ ਰੋਟੀ ਦੇ ਵੀ ਪੈਸੇ ਨਹੀਂ ਹੈ, ਤੇ ਉਹ ਕਿਸ ਤਰ੍ਹਾਂ ਬੁਰੀ ਹਾਲਤ ਹੈ। ਬਾਥਰੂਮ ਇਸ ਤਰ੍ਹਾਂ ਲੋਕ ਇੱਥੇ, ਜਿਸ ਤਰ੍ਹਾਂ ਜਾਨਵਰ ਵੀ ਉਹੋ ਜਿਹੇ ਬਾਥਰੂਮ ਸ਼ਾਇਦ ਇਸਤੇਮਾਲ ਨਹੀਂ ਕਰਦੇ ਜਿਸ ਤਰ੍ਹਾਂ ਦੇ ਬਾਥਰੂਮ ਲੋਕਾਂ ਨੂੰ ਇਸਤੇਮਾਲ ਕਰਨੇ ਪੈਂਦੇ ਨੇ। ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਹਾਲਾਤ ਕੀ ਨੇ TB ਹਸਪਤਾਲ ਦੇ। ਮੰਤਰੀ ਸਾਹਿਬ, ਅਸੀਂ ਤੁਹਾਨੂੰ ਦਿਖਾਉਣ ਅੱਜ ਸੱਚਾਈ ਜਿਹੜੀ ਆ ਉਹ ਵਿਖਾਉਣ ਲੈ ਕੇ ਆਏ ਹਾਂ। TB ਹਸਪਤਾਲ ਦੇ ਗੱਦੇ ਦੇਖੋ ਕਿ ਇਹਦੇ ਤੇ ਸ਼ਾਇਦ ਕੋਈ ਕੁੱਤਾ ਸੌਣਾ ਵੀ ਪਸੰਦ ਨਾ ਕਰੇ। ਮਰੀਜ਼ ਇੱਥੇ ਕਿੱਥੇ ਪੈਣਗੇ, ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ। ਸਰਕਾਰ ਦਾਅਵੇ ਤੇ ਲੱਖ ਕਰਦੀ ਹੈ ਕਿ ਹੁਣ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਵੀ ਖੋਲ੍ਹੇ ਜਾ ਰਹੇ ਨੇ, ਪਰ ਜਿਹੜੀਆਂ ਸਿਹਤ ਸੇਵਾਵਾਂ ਪਹਿਲੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਉਹਨਾਂ ਬਾਰੇ ਕੀ ਹੈ, ਇਹ ਕੀ ਹੈ। ਦੇਖੋ ਤੁਸੀਂ ਕਿਸ ਤਰ੍ਹਾਂ ਗੱਦਿਆਂ ਦੀ ਹਾਲਾਤ ਕੀ ਹੈ। ਕੁੱਤੇ, ਪਿੱਸੂ, ਭੱਬੂ, ਚੂਹੇ, ਇੱਥੇ ਜੋ ਕਹੋ, ਜਿੰਨਾ ਗੰਦ ਕਹੋ, ਜਿੰਨਾ ਕਹੋ ਉਹਨਾਂ ਹੀ ਥੋੜ੍ਹਾ ਹੈ। ਮਰੀਜ਼ ਇੱਥੇ ਦਾਖਲ ਹੋਣ ਦੀ ਬਜਾਏ, ਜਿਹੜਾ ਆਏਗਾ ਉਹ ਠੀਕ ਹੋਣ ਦੀ ਬਜਾਏ ਉਹ ਤੇ ਬਿਮਾਰ ਹੋ ਜਾਏਗਾ। ਕੀ ਨਾਮ ਤੁਹਾਡਾ ਬਾਬਾ ਜੀ? ਕੁਲਦੀਪ ਸਿੰਘ ਜੀ। ਕਿੰਨੇ ਦਿਨਾਂ ਤੋਂ ਦਾਖਲ ਹੋ ਇੱਥੇ TB ਹਸਪਤਾਲ 'ਚ? ਹੋ ਗਏ 7-8 ਦਿਨ। ਅੰਦਰੋਂ ਕੋਈ ਦਵਾਈ ਦੂਈ ਮਿਲਦੀ ਤੁਹਾਨੂੰ? ਕੋਈ ਨਹੀਂ ਮਿਲਦੀ ਜੀ। ਕੋਈ ਦਵਾਈ ਨਹੀਂ ਮਿਲਦੀ ਤੁਹਾਨੂੰ? ਨਾ ਇੱਥੋਂ ਸੂਈ ਵੀ ਨਹੀਂ ਮਿਲਦੀ ਜੀ। ਸੂਈ ਵੀ ਹੈ ਨਹੀਂ? ਨਹੀਂ ਜੀ। ਸਾਰੀ ਦਵਾਈ ਬਾਜ਼ਾਰੋਂ ਲਿਆਉਣੀ ਪੈਂਦੀ ਹੈ? ਹਾਂਜੀ। ਕਿੰਨੀ ਦਵਾਈ ਰੋਜ਼ ਦੀ ਆਈਦੀ ਤੁਹਾਡੀ? ਆ ਜਾਂਦੀ 1000-1200 ਦੀ। ਕੀ ਕੰਮ ਕੀ ਕਰਦੇ ਹੋ? ਕੁਛ ਵੀ ਨਹੀਂ ਜੀ। ਵੇਲੇ ਉਹਦੇ ਦਵਾਈ ਹੈ ਨਹੀਂਗੀ। ਸਰਕਾਰੀ ਹਸਪਤਾਲ ਤੁਸੀਂ ਇਲਾਜ ਕਰਾਉਣ ਆਏ ਹੋ ਤੇ ਦਵਾਈ ਇੱਥੇ ਕੋਈ ਨਹੀਂ? ਨਹੀਂ ਜੀ। ਹੋਰ ਕੋਈ ਕੀ ਮੁਸ਼ਕਲ ਆਉਂਦੀ ਤੁਹਾਨੂੰ ਇੱਥੇ? ਬਸ ਹਰ ਚੀਜ਼ ਦੀ ਮੁਸ਼ਕਲ ਹੀ ਹੈ ਜੀ। ਦਵਾਈ ਨਹੀਂ ਹੈਗੀ? ਹਾਂਜੀ। ਤੁਹਾਡੇ ਨਾਲ ਕੌਣ ਰਹਿੰਦਾ? ਹੈ ਦਵਾਈ ਫਿਰ ਤੁਹਾਨੂੰ ਬਾਹਰ ਲੈਣ ਜਾਣਾ ਪੈਂਦਾ? ਹਾਂਜੀ। ਹੋਰ ਵੀ ਇੱਥੇ ਮਰੀਜ਼ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਨਾਮ ਹੈ ਤੁਹਾਡਾ? ਸਰਜੀਤ ਸਿੰਘ ਜੀ। ਜੀ ਕਿੰਨੇ ਦਵਾਈ ਦੂਈ ਮਿਲਦੀ ਅੰਦਰੋਂ TB ਹਸਪਤਾਲ 'ਚ? ਬਾਹਰੋਂ ਮਿਲਦੀ ਹੈ। ਬਾਹਰੋਂ ਜਾਂਦੀ ਹੋ? ਕਿੰਨੇ ਦੀ ਦਵਾਈ ਰੋਜ਼ ਦੀ ਆ ਜਾਂਦੀ ਬਾਹਰੋਂ? 500 ਦੀ, 500-600 ਦੀ, 700। ਕੀ ਕੰਮ ਕਰਦੇ ਹੋ? ਆਪਾਂ ਦਿਹਾੜੀ ਤਾਂ ਪਾਈ। ਦਿਹਾੜੀ ਟੱਪਾ ਕਰਦੇ ਹੋ। ਤੇ ਹੋਰ ਕੀ ਮੁਸ਼ਕਲ ਆਉਂਦੀ ਇੱਥੇ? ਮੁਸ਼ਕਲ ਪਾਣੀ ਦੀ ਮੁਸ਼ਕਲ, ਲੈਟਰ ਬਾਹਰੋਂ ਹੈ ਨਹੀਂ। ਅੱਛਾ, ਹਾਂ ਕੀ ਮੁਸ਼ਕਲ ਹੈ? ਬਾਥਰੂਮ ਕਰਨ ਨੂੰ ਜਗ੍ਹਾ ਹੈ ਨਹੀਂ ਕੋਈ। ਅੱਛਾ। ਭਰੇ ਪਏ ਗੰਦ ਨਾਲ। ਕਦੀ ਸ਼ਿਕਾਇਤ ਕੀਤੀ ਵੀ ਇੱਥੇ ਬੁਰੀ ਹਾਲਤ ਹੈ? ਪਤਾ ਨਹੀਂ ਹੁਣ ਇਹ ਕਰਨਗੇ। ਵੇਖੋ ਉੱਤਰ ਸਾਹਮਣੇ। ਇਹ ਕਿੰਨੇ ਸਾਲ ਹੋ ਗਏ ਇਸ ਤਰ੍ਹਾਂ ਹੀ ਇੱਥੇ? ਕੋਈ ਵਾਲੀ ਵਾਰਸ ਨਹੀਂ ਕਾਗੋ ਦਾ? ਹਾਂਜੀ, ਵਾਲੀ ਵਾਰਸ ਕੋਈ ਨਹੀਂ ਇਹਦਾ ਹਸਪਤਾਲ ਦਾ? ਹੈਗਾ ਜੀ। ਨਹੀਂ, ਇੰਨੇ ਗੰਦੇ ਇੱਥੇ ਪਏ ਨੇ, ਇਹਨੂੰ ਸੁੱਟਦੇ ਨਹੀਂ ਕਿਤੇ? ਸੁੱਟਣਾ ਕਿੱਥੇ ਜੀ?
ਸੁੱਟਣਾ ਕਿੱਥੇ ਆ? ਇਦਾਂ ਇੱਥੇ ਮਰੀਜ਼ ਨਹੀਂ ਦਾਖਲ ਹੁੰਦਾ ਕੋਈ? ਨਹੀਂ ਹੁੰਦੇ ਜੀ। ਅੱਛਾ, ਮਰੀਜ਼ ਆਉਂਦੇ ਦਾਖਲ? ਤੁਸੀਂ ਇੱਥੇ ਕੀ ਕੰਮ ਕਰਦੇ ਹੋ ਉੱਥੇ? ਹਾਂ, ਸਫਾਈ ਦਾ। ਸਫਾਈ ਸੇਵਕ ਹੋ ਤੁਸੀਂ, ਪੱਕੇ ਲੱਗੇ ਹੋ? ਹਾਂਜੀ। ਯਾਰ ਬਾਥਰੂਮਾਂ ਦਾ ਵੀ ਬੜਾ ਬੁਰਾ ਹਾਲ ਹੈ, ਕੀ ਗੱਲ? ਸ਼ਲੋ ਵਾਲੇ ਲੱਗੇ ਜੀ ਇੱਥੇ, ਸ਼ਲੋ ਵਾਲੇ ਬਾਥਰੂਮ ਕਰਨ ਵਾਲੇ। ਤੇ ਇਹਨੇ ਗੱਦੇ ਪਾਟੇ ਆ, ਪੱਬੂ ਚੂਹੇ ਖਟਮਲ, ਇੱਥੇ ਤੇ ਬੁਰੀ ਹਾਲਤ ਹੈ ਯਾਰ, ਸਾਹ ਨਹੀਂ ਲਿਆ ਜਾਂਦਾ ਇੱਥੇ ਤੇ। ਟੀਬੀ ਵਾਲਾ ਮਰੀਜ਼ ਠੀਕ ਹੀ ਹੋਊਗਾ ਤੇ ਬਿਮਾਰ ਹੋ ਜਾਊਗਾ ਇੱਥੇ। ਮੰਨਦੇ ਹੋ ਨਾ? ਹਾਂਜੀ। ਇਹ ਵੀ ਮੰਨਦੇ ਆ ਕਿ ਇੱਥੇ ਬਿਮਾਰ ਹੋ ਜਾਊਗਾ ਮਰੀਜ਼, ਤੇ ਫਿਰ ਹੁਣ ਗੱਲਬਾਤ ਕਰਾਂਗੇ ਅਸੀਂ ਉੱਚ ਅਧਿਕਾਰੀਆਂ ਨਾਲ ਵੀ, ਉਹਨਾਂ ਦਾ ਕੀ ਕਹਿਣਾ। ਤੁਸੀਂ ਦੇਖ ਸਕਦੇ ਹੋ ਕਿ ਟੀਬੀ ਹਸਪਤਾਲ ਜਿੱਥੇ ਤੇ ਮਰੀਜ਼ ਹੋਣੇ ਚਾਹੀਦੇ ਉੱਥੇ ਕੁੱਤੇ ਫਿਰ ਰਹੇ ਨੇ, ਕੋਈ ਇੱਥੇ ਇੰਤਜ਼ਾਮਾਤ ਨਹੀਂ ਹੈ, ਵਾਰਡ ਬੰਦ ਪਈ ਹੈ, ਬੁਰੀ ਹਾਲਤ ਹੈ। ਜੇ ਇਹੋ ਹੀ ਹਸਪਤਾਲ ਕਿਤੇ ਪ੍ਰਾਈਵੇਟ ਹੋਵੇ ਤੇ ਪ੍ਰਾਈਵੇਟ ਹਸਪਤਾਲ ਦੀ ਇਹ ਜਿੰਨੀ ਜਗ੍ਹਾ ਹੈ, ਇਹ ਕਰੀਬ ਅਰਬਾਂ ਰੁਪਏ ਦੀ ਥਾਂ ਹੈ, ਤੇ ਪਰ ਇੱਥੇ ਦੇਖੋ ਕੋਈ ਬੰਦਾ ਕੋਈ ਮੌਜੂਦ ਨਹੀਂ ਹੈ। ਟੀਬੀ ਦਾ ਮਰੀਜ਼ ਹਸਪਤਾਲ ਦੇ ਵਿੱਚ ਦਵਾਈ ਲੈਣ ਆਂਦਾ ਹੈ, ਟੀਬੀ ਬੰਦੇ ਨੂੰ ਲਈ ਜਾਨਲੇਵਾ ਸਾਬਤ ਹੋ ਰਹੀ ਹੈ, ਪਰ ਇੱਥੇ ਜਦੋਂ ਮਰੀਜ਼ ਆਂਦਾ ਤੇ ਉਹਦੀ ਮਾਲੀ ਹਾਲਤ ਵੀ ਖਰਾਬ ਹੋ ਜਾਂਦੀ। ਇੱਕ ਬੱਚੀ ਇੱਥੇ ਦਵਾਈ ਲੈਣ ਆਈ ਹੈ, ਕੀ ਨਾਮ ਹੈ ਬੱਚੇ ਤੁਹਾਡਾ? ਆਰਤੀ। ਕਿੱਥੋਂ ਆਏ ਹੋ ਦਵਾਈ ਲੈਣ? ਮਲਵਲ ਤਲਵੰਡੀ। ਤੁਹਾਡੀ ਬੇਟੀ ਹੈ? ਹਾਂਜੀ। ਤੇ ਕੀ ਇਹਨੂੰ ਮੁਸ਼ਕਲ ਹੈ? ਇਹਨੂੰ ਕੋਈ ਪਰੇਸ਼ਾਨ ਹੁੰਦੀਆਂ ਤੇ ਮੈਂ ਕਿਸੇ ਨੇ ਸ਼ੱਕ ਪਾਤਾ ਵੀ ਟੀਵੀ ਦੀ ਚੈੱਕ ਕਰਾ ਕੇ ਲਿਆ। ਤੇ ਦਵਾਈ ਮਿਲੀ ਕੋ ਅੰਦਰੋਂ? ਦਵਾਈ ਆਂਦੇ ਬਾਹਰੋਂ ਲੈ ਲਓ। ਬਾਹਰੋਂ ਦਵਾਈ ਲਿਖ ਕੇ ਦਿੱਤੀ ਤੁਹਾਨੂੰ ਪਰਚੀ ਦੀ, ਕਹਿੰਦੇ ਬਾਹਰੋਂ ਲਓ ਦਵਾਈਆਂ, ਤੇ ਟੈਸਟ ਹੋਏ ਅੰਦਰੋਂ? ਸਾਰੇ ਅੰਦਰੋਂ ਹੋਏ। ਕਿੰਨੇ ਪੈਸੇ ਲੱਗੇ ਉਹਦੇ? ਉਹ ਪਰਚੀ ਦੇ ਤੇ ਕਿਹੜੇ ਉਹਨੇ ਟੈਸਟ 300 ਕੇ 400 ਦੇ। ਇਹ ਦੇਖੋ ਮਰੀਜ਼ ਆਂਦਾ, ਬਹੁਤ ਸਾਰੇ ਮਰੀਜ਼ ਇੱਥੇ ਆਉਂਦੇ ਨੇ ਜਿਨ੍ਹਾਂ ਕੋਲੋਂ ਦਵਾਈ ਅੰਦਰੋਂ ਮਿਲਦੀ ਕਿਉਂ ਨਹੀਂ ਮਿਲਦੀ। ਅਸੀਂ ਗੱਲਬਾਤ ਕਰਾਂਗੇ ਜਿਹੜੇ ਹਸਪਤਾਲ ਦੇ ਇੰਚਾਰਜ ਹੈ ਉਹਨਾਂ ਦੇ ਨਾਲ ਵੀ, ਕਿ ਆਖਰਕਾਰ ਮਰੀਜ਼ ਨੂੰ ਇੱਥੇ ਦਵਾਈ ਕਿਉਂ ਨਹੀਂ ਮਿਲਦੀ। ਸਾਲਨਾ ਨੇ ਟੀਬੀ ਹਸਪਤਾਲ ਦੇ ਮੁਖੀ ਡਾਕਟਰ ਨਵੀਨ ਪਾਂਧੀ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਪਹਿਲੇ ਦੱਸਣਾ ਕਿੰਨੀਆਂ ਟੋਟਲ ਵਾਰਡਾਂ ਨੇ ਇੱਥੇ ਟੀਬੀ ਹਸਪਤਾਲ ਦੇ ਵਿੱਚ? ਵੈਸੇ ਤਾਂ 6 ਵਾਰਡਾਂ ਸੀਗੀਆਂ, ਪਰ ਫੰਕਸ਼ਨਲ ਇਸ ਵੇਲੇ 4 ਹੈ। ਅਸੀਂ ਕੁਝ ਵਾਰਡਾਂ 'ਚ ਹਾਲਾਤ ਦੇਖੇ ਹੈ, ਗੱਦਿਆਂ ਦੀ ਬੜੀ ਬੁਰੀ ਹਾਲਤ ਹੈ, ਮਤਲਬ ਉੱਥੇ ਮਰੀਜ਼ ਤੇ ਛੱਡੋ ਕੋ ਕੁੱਤਾ ਵੀ ਨਾ ਪਵੇ। ਇਹ ਦੇਖੋ ਜੀ, ਅਸੀਂ ਡਿਮਾਂਡਸ ਜਿਹੜੀਆਂ ਰੈਗੂਲਰਲੀ ਭੇਜ ਰਹੇ ਹਾਂ ਗਵਰਨਮੈਂਟ ਨੂੰ, ਜਦੋਂ ਵੀ ਆਉਣਗੀਆਂ ਅਸੀਂ ਸਾਰਾ ਕਰਾਂਗੇ ਉਹਨੂੰ ਤਿਆਰ। ਤੁਸੀਂ ਮੇਰੇ ਖਿਆਲ ਡਿਪਟੀ ਮੈਡੀਕਲ ਸੁਪਰਡੈਂਟ ਵੀ ਹੋ, ਤੇ ਇੱਕ ਡਿਮਾਂਡ ਤੁਸੀਂ ਭੇਜਦੇ ਹੋ ਤੇ ਉਹ ਡਿਮਾਂਡ ਪੂਰੀ ਹੋਣ ਨੂੰ ਕਿੰਨਾ ਟਾਈਮ ਲੱਗ ਜਾਂਦਾ? ਜਿਹੜੀ ਗੱਦਿਆਂ ਦੀ ਡਿਮਾਂਡ ਹੈ ਤੇ ਅਸੀਂ ਬਹੁਤ ਸਮੇਂ ਤੋਂ ਭੇਜ ਰਹੇ ਹਾਂ, ਰਿਪੀਟਿਡਲੀ ਭੇਜ ਰਹੇ ਹਾਂ। ਉਹ ਤੇ ਸਾਡੀ ਡਿਮਾਂਡ ਹਾਲੇ ਤੱਕ ਨਹੀਂ ਪੂਰੀ ਹੋਈ। ਅਸੀਂ ਈਵਨ ਮੈਡੀਕਲ ਸੁਪਰਡੈਂਟ ਸਾਹਿਬ ਨੂੰ ਵੀ ਭੇਜੀ ਹੈ ਉਹ ਡਿਮਾਂਡ। ਦੇਖੋ ਹੁਣ ਲੇਟੈਸਟ ਅਸੀਂ ਉਹਨਾਂ ਨੂੰ ਭੇਜੀ ਹੈ, ਉਹ ਕੀ ਕਰਦੇ ਨੇ ਉਹ ਦੇਖਦੇ ਹਾਂ। ਡਾਕਟਰ ਸਾਹਿਬ, ਇਸ ਤੋਂ ਇਲਾਵਾ ਤੁਹਾਡੇ ਕਿਹੜੀ ਮਸ਼ੀਨ ਐਸੀ ਜਿਹੜੀ ਨਹੀਂ ਚੱਲ ਰਹੀ, ਵਰਕਿੰਗ 'ਚ ਨਹੀਂ ਹੈ ਜਿਹੜੀ? ਇਸ ਵੇਲੇ ਸਪਾਇਰੋਮੀਟਰੀ ਨਹੀਂ ਚੱਲ ਰਹੀ ਇੱਕ ਤਾਂ ਮਸ਼ੀਨ, ਤੇ ਮੇਨ ਉਹੀ ਹੈ ਸਾਡਾ ਜਿਹੜਾ, ਕਿਉਂਕਿ ਉਹੀ ਇੱਕ ਸਾਹ ਦੀ ਵਾਸਤੇ ਸਾਡੇ ਕੋਲ ਮੇਨ ਟੈਸਟ ਹੁੰਦਾ ਸਪਾਇਰੋਮੀਟਰੀ। ਉਹ ਮਸ਼ੀਨ ਆਊਟ ਆਫ ਆਰਡਰ ਹੈ, ਉਹਦੇ ਵਾਸਤੇ ਵੀ ਅਸੀਂ ਲਿਖਿਆ ਦਾ, ਔਰ ਉਹ ਨਵੀਂ ਅਸੀਂ ਡਿਮਾਂਡ ਕੀਤੀ ਦੀ ਹੈ। ਉਹ ਮੇਰਾ ਖਿਆਲ ਸ਼ਾਇਦ ਸਾਨੂੰ ਜਲਦੀ ਮਿਲ ਜਾਏਗੀ, ਜੋ ਇਨਫੋਰਮੇਸ਼ਨ ਸਾਨੂੰ ਮਿਲੀ ਹੈ। ਕਿੰਨੀ ਦੇਰ ਤੋਂ ਫੰਕਸ਼ਨਲ ਨਹੀਂ ਹੈ, ਤੇ ਉਹਦਾ ਟੈਸਟ ਇੱਥੇ ਕਿੰਨੇ ਦਾ ਹੁੰਦਾ, ਤੇ ਜਦੋਂ ਤੁਸੀਂ ਉਹ ਟੈਸਟ ਬਾਹਰੋਂ ਕਰਾਉਂਦੇ ਹੋ ਤੇ ਕਿੰਨੇ ਦਾ ਪੈਂਦਾ ਜੀ ਮਰੀਜ਼? ਮੇਰਾ ਖਿਆਲ 300 ਰੁਪਏ ਦਾ ਹੁੰਦਾ, ਤੇ ਇੱਥੇ ਸਾਡੇ ਉਹ 100 ਰੁਪਏ ਦਾ ਹੁੰਦਾ। ਐਕਸ-ਰੇ ਜਿਹੜਾ ਡਿਜੀਟਲ ਉਹ ਚੱਲ ਰਿਹਾ ਜੀ ਇੱਥੇ? ਐਕਸ-ਰੇ ਡਿਜੀਟਲ ਸਾਡਾ ਬਿਲਕੁਲ ਫੰਕਸ਼ਨਲ ਹੈ ਔਰ ਬਹੁਤ ਅੱਛਾ ਹੀ, ਉਹਦਾ ਪਰਫਾਰਮੈਂਸ ਬਹੁਤ ਅੱਛੀ ਹੈ। ਕੁਝ ਟੈਸਟਾਂ ਨੂੰ ਲੈ ਕੇ ਵੀ ਲੋਕਾਂ ਦੀ ਸ਼ਿਕਾਇਤ ਹੈ ਵੀ ਟੈਸਟ ਸਾਰੇ ਇੱਥੋਂ ਹੁੰਦੇ ਜਾਂ ਕੁਝ ਟੈਸਟ ਤੁਸੀਂ ਬਾਹਰੋਂ ਕਰਾਉਂਦੇ ਹੋ? ਬਾਹਰੋਂ ਕੋਈ ਟੈਸਟ ਨਹੀਂ ਕਰਾਉਂਦੇ ਜੀ, ਇਹ ਸ਼ਿਕਾਇਤ ਬਿਲਕੁਲ। ਗੁਰੂ ਨਾਨਕ ਦੇ ਹਸਪੀਟਲ ਭੇਜ ਸਾਰੇ ਟੈਸਟ ਜਿਹੜੇ ਆ ਜਾਂ ਸਾਡੇ ਟੀਵੀ ਹਸਪਤਾਲ 'ਚ ਹੋਣਗੇ ਜਾਂ ਸਰਕਾਰੀ ਰੇਟ ਦੇ ਉੱਤੇ ਗੁਰੂ ਨਾਨਕ ਹਸਪਤਾਲ ਦੇ ਅੰਦਰ ਹੋਣਗੇ। ਇੱਕ ਪੇਸ਼ੈਂਟ ਦੀ ਸ਼ਿਕਾਇਤ ਹੈ ਜੀ, ਐਮਰਜੈਂਸੀ 'ਚ ਪੇਸ਼ੈਂਟ ਬਹੁਤ ਸਾਰੇ ਐਡਮਿਟ ਹੈ, ਕਹਿੰਦੇ ਵੀ ਸਾਨੂੰ ਦਵਾਈ ਨਹੀਂ ਮਿਲਦੀ, ਦਵਾਈ ਬਾਹਰੋਂ ਲਿਖ ਕੇ ਦਿੰਦੇ ਆ ਡਾਕਟਰ। ਕੀ ਆਪਣੇ ਕੋਲ ਇੱਥੇ ਮੈਡੀਸਨ ਆਂਦੀ ਨਹੀਂ ਹੈ ਜਾਂ ਕੀ ਰੀਜ਼ਨ ਹੈ ਜੀ? ਜਿੱਥੋਂ ਤੱਕ ਦਵਾਈਆਂ ਦਾ ਸਵਾਲ ਹੈ, ਟੀਬੀ ਦੀ ਦਵਾਈ ਸਾਡੇ ਕੋਲ ਬਿਲਕੁਲ ਮਤਲਬ ਪ੍ਰੋਪਰ ਪਈ ਦੀ ਹੈ, ਜਿੰਨੇ ਮਰਜ਼ੀ ਮਰੀਜ਼ਾਂ ਨੂੰ ਅਸੀਂ ਦੇ ਸਕਦੇ ਹਾਂ। ਬਾਕੀ ਕੁਝ ਦਵਾਈਆਂ ਜਿਹੜੀਆਂ ਕਿ ਐਂਟੀਬਾਇਓਟਿਕਸ ਹੈ, ਜਿਹੜੀਆਂ ਰਿਕੁਆਇਰਡ ਹੁੰਦੀਆਂ ਨੇ, ਉਹਦੀ ਵੀ ਡਿਮਾਂਡ ਅਸੀਂ ਰੈਗੂਲਰਲੀ ਭੇਜ ਰਹੇ ਹਾਂ। ਕੁਝ ਸਾਨੂੰ ਮਿਲ ਜਾਂਦੀਆਂ, ਕੁਝ ਨਹੀਂ ਮਿਲਦੀਆਂ। ਜਿਹੜੀਆਂ ਨਹੀਂ ਮਿਲਦੀਆਂ ਉਹੀ ਬਾਹਰੋਂ ਲਿਖੀਆਂ ਜਾਂਦੀਆਂ ਨੇ। ਤੁਸੀਂ ਡਿਮਾਂਡ ਜਦੋਂ ਭੇਜਦੇ ਹੋ ਰਿਪੀਟਡਲੀ, ਤੁਸੀਂ ਜਿਵੇਂ ਦੱਸਿਆ ਡਿਮਾਂਡ ਭੇਜ ਰਹੇ, ਵੀ ਆਖਿਰ ਕੀ ਕਾਰਨ ਹੈ ਜੀ ਵੀ ਸਰਕਾਰ ਨਹੀਂ ਭੇਜਦੀ ਦਵਾਈਆਂ? ਕਿਉਂਕਿ ਟੀਬੀ ਦੇ ਹਸਪੀਟਲ ਦੇ ਵਿੱਚ ਤਾਂ ਕਾਫੀ ਜਿਹੜੇ ਪੂਅਰ ਪੇਸ਼ੈਂਟਸ ਆਉਂਦੇ ਜੀ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਜਿੱਥੋਂ ਤੱਕ ਭੰਡਾਰੀ ਸਾਹਿਬ ਇਹ ਹੈਗਾ ਕਿ ਜਿੱਥੋਂ ਤੱਕ ਤੇ ਟੀਬੀ ਦੀ ਦਵਾਈ ਹੈ, ਟੀਬੀ ਦੀ ਦਵਾਈ ਸਾਡੇ ਕੋਲ ਇਨਸਫੀਸ਼ੀਐਂਟ ਅਮਾਊਂਟ ਪਈ ਦੀ, ਕੁਆਂਟੀਟੀ ਪੂਰੀ ਪਈ ਦੀ ਹੈ। ਲੇਕਿਨ ਜਿਹੜੀ ਦੂਜੀਆਂ ਦਵਾਈਆਂ ਨੇ ਉਹ ਅਸੀਂ ਭੇਜਦੇ ਪਏ ਹਾਂ ਡਿਮਾਂਡ ਥਰੂ ਮੈਡੀਕਲ ਸੁਪਰਡੈਂਟ, ਉਹ ਸਾਨੂੰ ਹਾਲੇ ਤੱਕ ਨਹੀਂ ਮਿਲ ਪਾ ਰਹੀ। ਸਰਕਾਰ ਦੱਸੋ, ਇੱਕ ਪਾਸੇ ਤੇ ਦਾਅਵੇ ਕਰ ਰਹੀ ਹੈ ਅਸੀਂ ਮੁਹੱਲਾ ਕਲੀਨਿਕ ਖੋਲ੍ਹਨੇ, ਆਮ ਆਦਮੀ ਕਲੀਨਿਕ ਖੋਲ੍ਹਨੇ। ਇਹ ਕਿੰਨਾ ਪੁਰਾਣਾ ਟੀਬੀ ਹਸਪਤਾਲ? ਮੇਰਾ ਖਿਆਲ ਇਹ ਨਾਰਥ ਇੰਡੀਆ ਦਾ ਸਭ ਤੋਂ ਪੁਰਾਣਾ ਟੀਬੀ ਹਸਪਤਾਲ ਹੈ ਜੀ। 1937 ਤੋਂ ਚੱਲ ਰਿਹਾ ਟੀਬੀ ਹਸਪਤਾਲ। ਔਰ ਸਭ ਤੋਂ ਜਿਹੜੀ ਪ੍ਰੋਬਲਮੈਟਿਕ ਗੱਲ ਸਾਡੇ ਵਾਸਤੇ ਇਹ ਹੈ ਕਿ ਸਾਨੂੰ ਹੀ ਦਵਾਈਆਂ ਦੀ ਪ੍ਰੋਪਰ ਸਪਲਾਈ ਨਹੀਂ ਆ ਪਾ ਰਹੀ। ਹੋਰ ਕਿਹੜੀਆਂ? ਦੇਖੋ ਪਿੱਛੇ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਹੈਲਥ ਮਿਨਿਸਟਰ ਸਾਹਿਬ ਜਾਂਦੇ ਆ VC ਰਾਜ ਬਹਾਦਰ ਨਾਲ ਕੀ ਸਲੂਕ ਹੁੰਦਾ ਹੈ ਵੀ ਅਸੀਂ ਕਿਉਂਕਿ ਇੱਥੇ ਆਣਗੇ ਕੱਲ ਨੂੰ ਤੁਹਾਨੂੰ ਉੱਥੇ ਲੇਟਣ ਨੂੰ ਕਹਿਣਗੇ, ਤੇ ਉਹ ਹਾਲਾਤ ਹੀ ਨਹੀਂ ਹੈਗੇ ਨਾ ਡਾਕਟਰ ਸਾਹਿਬ। ਤੁਹਾਡਾ ਮੇਰਾ ਸਵਾਲ ਇਹ ਹੈ ਕਿ ਲੋਕ ਇਹ ਜਾਣਨਾ ਚਾਹੁੰਦੇ ਆ ਵੀ ਜਿਹੜੇ ਡਾਕਟਰ ਉੱਥੇ ਜ਼ਿੰਮੇਦਾਰ ਨੇ, ਤੁਸੀਂ ਹੈੱਡ ਹੋ ਇੱਥੋਂ ਦੇ, ਕਿਆ ਤੁਸੀਂ ਬਾਰ-ਬਾਰ ਡਿਮਾਂਡ ਭੇਜਦੇ ਹੋ, ਸਰਕਾਰ ਤੁਹਾਡੀ ਗੱਲ ਨਹੀਂ ਸੁਣਦੀ, ਨਾ ਦਵਾਈਆਂ ਭੇਜ ਰਹੀ ਹੈ ਨਾ ਜ਼ਰੂਰੀ ਸਟਾਫ ਭੇਜ ਰਹੀ ਹੈ, ਤੇ ਕਿਆ ਉਹਦਾ ਫਿਰ ਹੱਲ ਕੀ ਹੈ?
ਦੇਖੋ ਇਹਦਾ ਹੱਲ ਮੈਂ ਕੀ ਦੱਸ ਸਕਦਾ ਭੰਡਾਰੀ ਸਾਹਿਬ, ਇਹ ਤਾਂ ਅਸੀਂ ਤਾਂ ਲਿਖ ਸਕਦੇ ਹਾਂ। ਸਾਡੇ ਕੋਲ ਤਾਂ ਇਹੀ ਪਾਵਰ ਹੈ ਕਿ ਅਸੀਂ ਆਪਣੀ ਡਿਮਾਂਡ ਜੋ ਸਾਨੂੰ ਲੱਗ ਰਿਹਾ ਸਾਡੇ ਕੋਲ ਨਹੀਂ ਹੈਗਾ ਉਹਨੂੰ ਅਸੀਂ ਡਿਮਾਂਡ ਕਰੀਏ। ਹੁਣ ਉਹ ਕਿਸ ਹਾਲਾਤ ਵਿੱਚ ਸਾਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ, ਦੈਟ ਡਿਪੈਂਡਸ ਅਪਨ ਦਾ ਗਵਰਨਮੈਂਟ। ਡਾਕਟਰ ਸਾਹਿਬ ਤੁਸੀਂ ਕਿੰਨੀ ਦੇਰ ਤੋਂ ਇੱਥੇ ਐਜ਼ ਹੈਡ ਕੰਮ ਕਰ ਰਹੇ ਮੈਂ ਇੱਥੇ 6 ਸਾਲ ਤੋਂ ਹਾਂ ਜੀ। ਹੈਡ ਐਜ਼ 6 ਸਾਲ ਤੋਂ ਤੁਸੀਂ ਹੈਡ ਉੱਥੇ? ਐਸ ਹੈਡ ਮੈਂ 6 ਸਾਲ ਤੋਂ ਹਾਂ। ਤੇ ਸਰ ਡਾਕਟਰ ਸਾਹਿਬ 6 ਸਾਲ ਤੋਂ ਤੁਹਾਨੂੰ ਦੇਖੋ ਰਿਪੀਟਡਲੀ ਤੁਸੀਂ ਡਿਮਾਂਡਾਂ ਜਿੰਨੀਆਂ ਵੀ ਭੇਜੀਆਂ, ਕਿਆ ਉਹ ਪੂਰੀਆਂ ਹੋਈਆਂ? ਕੁਝ ਡਿਮਾਂਡਾਂ ਸਾਡੀਆਂ ਪੂਰੀਆਂ ਹੋਈਆਂ ਨੇ, ਜਿਹੜਾ ਅਸੀਂ ਇੰਪਲੀਮੈਂਟ ਕੀਤਾ ਸਾਰਾ ਕੁਝ ਇੱਥੇ, ਲੇਕਿਨ ਜ਼ਿਆਦਾਤਰ ਸਾਡੀ ਡਿਮਾਂਡਸ ਜਿਹੜੀਆਂ ਉਹ ਹਾਲੇ ਪੂਰੀਆਂ ਨਹੀਂ ਹੋ ਪਾ ਰਹੀਆਂ। ਉਹਦੇ ਡਾਕਟਰ ਸਾਹਿਬ ਇੱਕ ਤਾਂ ਇਨਫਰਾਸਟ੍ਰਕਚਰ ਦੀ ਡਿਮਾਂਡ ਹੈ, ਜਿਵੇਂ ਗੱਦੇ ਬਹੁਤ ਖਰਾਬ, ਹੋਰ ਇਸ ਤੋਂ ਇਲਾਵਾ ਹੋਰ ਕਿਹੜੀ ਡਿਮਾਂਡ ਜਿਹੜੀ ਪੂਰੀਆਂ ਨਹੀਂ ਹੋਈਆਂ? ਦੇਖੋ ਮੇਨ ਤਾਂ ਇਨਫਰਾਸਟ੍ਰਕਚਰ ਹੈ। ਜਦੋਂ ਤੁਹਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੋਏਗਾ ਤੇ ਫੰਕਸ਼ਨਲ ਕੰਮ ਜਿਹੜਾ ਤੁਹਾਡਾ ਜੋ ਤੁਹਾਨੂੰ ਚਾਹੀਦਾ ਉਹ ਤੁਹਾਡਾ ਕਦੀ ਵੀ ਪੂਰਾ ਨਹੀਂ ਹੋ ਪਾਏਗਾ। ਅਗਰ ਬਿਲਡਿੰਗ ਕੋਲੈਪਸ ਕਰ ਰਹੀ ਹੈ ਤੁਹਾਡੀ ਤਾਂ ਨੈਚੁਰਲੀ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ, ਤੁਹਾਡਾ ਸੀਵਰੇਜ ਵੀ ਹੈ, ਸਭ ਕੁਝ ਹੀ ਹੈ। ਹੁਣ ਸੀਵਰੇਜ ਦੇ ਬਾਰੇ 'ਚ ਅਸੀਂ ਸ਼ੁਰੂ ਤੋਂ ਹੀ, ਮੈਂ 6 ਸਾਲਾਂ ਤੋਂ ਹੀ ਲਿਖ ਰਿਹਾ ਰਿਪੀਟਡਲੀ ਕਿ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਸਾਡੇ। ਉਹ ਸਿਰਫ ਇਸੇ ਕਰਕੇ ਹੀ ਨਹੀਂ ਪ੍ਰੋਪਰ ਹੋ ਪਾ ਰਿਹਾ ਕਿਉਂਕਿ ਨਵੀਂ ਬਿਲਡਿੰਗ ਬਣਨ ਵਾਸਤੇ ਪ੍ਰਪੋਜ਼ਲ ਜਾ ਰਹੀ ਹੈ ਤੇ ਉਹ ਨਵੀਂ ਬਿਲਡਿੰਗ ਕਦੋਂ ਸ਼ੁਰੂ ਹੋਏਗੀ, ਕਦੋਂ ਬਣੇਗੀ, ਉਹ ਦੈਟ ਡਿਪੈਂਡਸ ਅਪਨ ਦਾ ਗਵਰਨਮੈਂਟ। ਕੁਝ ਇਮਾਰਤਾਂ ਅਸੀਂ ਦੇਖੀਆਂ ਜੀ ਖੰਡਰ ਹੋ ਚੁੱਕੀਆਂ, ਉਹਨਾਂ ਦੇ ਖਤਰਾ ਡਿੱਗਣ ਦਾ ਵੀ ਖਤਰਾ ਹੈ ਜੀ ਉਹਨਾਂ ਦਾ। ਅਸੀਂ ਜਿਹੜੀਆਂ ਨੇ ਉਹ ਡੇਂਜਰਸ ਕਰਤੀਆਂ ਦੀਆਂ, ਉਹ ਅਸੀਂ ਡਿਕਲੇਅਰ ਕਰਤੀਆਂ, ਵੀ ਆਰ ਨਾਟ ਯੂਜ਼ਿੰਗ ਦੈਟ ਬਿਲਡਿੰਗ। ਅੱਛਾ ਡਾਕਟਰ ਸਾਹਿਬ ਕੁਝ ਜਿਹੜੇ ਮਰੀਜ਼ ਐਡਮਿਟ ਨੇ, ਪੱਖੇ ਸ਼ਿਕਾਇਤ ਹੈ ਵੀ ਗਰਮੀ ਬਾਅਦ ਪੱਖੇ ਨਹੀਂ ਹੈ, ਉਹਦੇ ਬਾਰੇ ਕਿਹਾ ਜੀ? ਨਹੀਂ, ਇਹ ਬਿਲਕੁਲ ਬੇਬੁਨਿਆਦ ਸ਼ਿਕਾਇਤ ਹੈ ਜੀ। ਪੱਖੇ ਪ੍ਰੋਪਰ ਨੇ, ਤੁਸੀਂ ਜਾ ਕੇ ਚੈੱਕ ਕਰੋ। 20 ਪੱਖੇ ਅਸੀਂ ਹੁਣ ਲਗਾਏ ਆ ਹੁਣੇ ਹੀ, ਔਰ ਸਾਰੀ ਜਿਹੜੀ ਤੁਸੀਂ ਦੇਖੋ ਲਾਈਟਿੰਗ ਪ੍ਰੋਪਰ ਹੈ ਸਾਰੇ ਹਸਪੀਟਲ ਦੇ ਵਿੱਚ। ਬਾਥਰੂਮ ਦੀ ਹਾਲਾਤ ਬਹੁਤ ਖਰਾਬ ਹੈ। ਕਿਆ ਦਰਜਾ 4 ਕਰਮਚਾਰੀਆਂ ਦੀ ਘੱਟ ਹੈ ਡਾਕਟਰ ਸਾਹਿਬ ਸਾਡੇ ਕੋਲ? ਸਿਰਫ 20-22 ਦਰਜਾ 4 ਹੈ, ਜਦੋਂ ਕਿ ਸਾਡੇ ਕੋਲ 80 ਪੋਸਟਾਂ ਨੇ ਦਰਜਾ 4 ਦੀਆਂ। ਅਸੀਂ 22 ਬੰਦਿਆਂ ਕੋਲੋਂ ਕੰਮ ਕਰਾ ਰਹੇ ਹਾਂ ਸਾਰਾ। ਤੁਸੀਂ ਮੈਂ ਚਾਹਾਂਗਾ ਹੈਲਥ ਮਿਨਿਸਟਰ ਸਾਹਿਬ ਸਾਡੀ ਇਹ ਖਬਰ ਜ਼ਰੂਰ ਦੇਖਣ ਤੇ ਦੇਖੋ ਕਿੰਨਾ ਹਾਲਾਤਾਂ ਦੇ ਵਿੱਚ ਇੱਥੇ ਮਰੀਜ਼ ਆ ਰਹੇ ਨੇ, ਐਡਮਿਟ ਹੋ ਰਹੇ ਨੇ, ਜਿੱਥੇ ਕਿ ਜਾਨਵਰ ਵੀ ਨਾ ਆਉਣ। ਦੇਖੋ ਡਾਕਟਰ ਨਵੀਨ ਪਾਂਦੀ ਸਾਡੇ ਨਾਲ ਨੇ, ਇਹਨਾਂ ਦਾ ਕਹਿਣਾ ਹੈ ਪਿਛਲੇ 6 ਸਾਲ ਤੋਂ ਲਗਾਤਾਰ ਡਿਮਾਂਡ ਤੇ ਡਿਮਾਂਡ ਭੇਜ ਰਹੇ ਹਾਂ, ਪਰ ਸਰਕਾਰ ਇਹਦੇ 'ਤੇ ਗੌਰ ਨਹੀਂ ਕਰ ਰਹੀ। ਹੁਣ ਇਹ ਵੀ ਸਵਾਲ ਅਸੀਂ ਕਿਸੇ ਦੀ ਫੇਵਰ ਨਹੀਂ ਕਰ ਰਹੇ। ਡਾਕਟਰ ਰਾਜ ਬਹਾਦਰ ਦੇ ਨਾਲ ਜੋ ਵਿਵਹਾਰ ਹੋਇਆ ਉਹ ਪੂਰੇ ਮੈਡੀਕਲ ਜਗਤ ਨੇ ਹੀ ਨਹੀਂ ਦੇਖਿਆ, ਪੂਰੀ ਦੁਨੀਆ ਨੇ ਦੇਖਿਆ ਹੈ। ਵਾਈਸ ਚਾਂਸਲਰ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇੰਟਰਵੀਨ ਕਰਨਾ ਪੈਂਦਾ ਹੈ ਕਿ ਤੁਸੀਂ ਅਸਤੀਫਾ ਨਾ ਦਿਓ। ਹਾਲਾਂਕਿ ਉਹ ਅਸਤੀਫਾ ਦੇ ਚੁੱਕੇ ਨੇ। ਅਸਤੀਫਾ ਸਵੀਕਾਰ ਹੋਇਆ ਜਾਂ ਨਹੀਂ ਹੋਇਆ ਅਜੇ ਤੱਕ ਇਹਦੀ ਕੋਈ ਸਹੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਪਾਈ, ਪਰ ਲੋਕ ਇੱਥੇ ਡਾਕਟਰ ਵੀ ਦੋਨੋਂ ਰੋ ਰਹੇ ਨੇ ਕਿ ਸਾਡੀ ਡਿਮਾਂਡ ਜਿਹੜੀ ਹੈ ਉਹ ਪੂਰੀ ਨਹੀਂ ਹੁੰਦੀ। ਮਰੀਜ਼ਾਂ ਨੂੰ ਦਵਾਈ ਤੱਕ ਨਹੀਂ ਮਿਲਦੀ, ਦਵਾਈਆਂ ਬਾਰੇ ਵੀ ਕਹਿੰਦੇ ਅਸੀਂ ਡਿਮਾਂਡ ਭੇਜਦੇ ਹਾਂ। ਹੁਣ ਇੱਥੇ ਮਰੀਜ਼ ਤੇ ਆਂਦਾ ਹੈ ਗਰੀਬ ਤੇ ਇੱਥੇ ਆ ਕੇ ਪਿਸਦਾ ਹੈ। ਅਸੀਂ ਗੱਲਬਾਤ ਕਰਾਂਗੇ ਹੋਰ ਵੀ ਕਿ ਇੱਥੇ ਆਖਿਰਕਾਰ ਇਹ ਟੀਬੀ ਹਸਪੀਟਲ ਨੂੰ ਲੈ ਕੇ ਸਰਕਾਰੀ ਖਾਸ ਕਰ ਟੀਬੀ ਹਸਪਤਾਲ ਹੀ ਨਹੀਂ, ਸਰਕਾਰੀ ਹਸਪਤਾਲਾਂ ਨੂੰ ਲੈ ਕੇ ਸਰਕਾਰ ਸੰਜੀਦਾ ਕਿਉਂ ਨਹੀਂ ਹੈ। ਪਹਿਲੇ ਇਨਫਰਾਸਟ੍ਰਕਚਰ ਮੁਹੱਈਆ ਕਰਾਉਣ ਇਹਨਾਂ ਵੱਲੋਂ, ਜਿਵੇਂ ਦੱਸਿਆ ਗਿਆ ਵੀ 80 ਇੱਥੇ ਪੋਸਟਾਂ ਨੇ ਤੇ ਸਾਡੇ ਕੋਲ ਕੇਵਲ 20 ਜਾਂ 22 ਦਰਜਾ 4 ਕਰਮਚਾਰੀ ਹੀ ਕੰਮ ਕਰ ਰਹੇ ਨੇ। ਐਵੇਂ ਇਹਨਾਂ ਦੇ ਲਈ ਵੀ ਕੰਮ ਕਰਨਾ ਜਿਹੜਾ ਖਾਸਾ ਔਖਾ ਹੋਏਗਾ। ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ, ਸਾਡੇ ਵੱਲੋਂ ਇੱਕ ਲੜੀਵਾਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਤੁਹਾਨੂੰ ਹਰ ਹਫਤੇ ਦਿਖਾਇਆ ਜਾਏਗਾ ਕਿ ਸਰਕਾਰੀ ਹਸਪਤਾਲਾਂ ਦੇ ਹਾਲਾਤ ਕੀ ਨੇ। ਟੀਬੀ ਹਸਪਤਾਲ ਦੇ ਹਾਲਾਤ ਤੁਹਾਨੂੰ ਅੱਜ ਦਿਖਾਏ ਨੇ, ਉੱਥੇ ਗਏ ਸੀਗੇ। ਕਿਸ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਦਿਨ ਪਹਿਲੇ ਫਰੀਦਕੋਟ ਵਿੱਚ ਸ਼੍ਰੀ ਗੁਰੂ ਗੋਬਿੰਦ ਕਾਲਜ ਦੇ ਵਿੱਚ ਕਿਸ ਤਰ੍ਹਾਂ ਮੈਡੀਕਲ ਉੱਥੇ ਵਾਈਸ ਚਾਂਸਲਰ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਅੱਜ ਸਾਡੇ ਨਾਲ ਨੇ ਐਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਸ਼ਰਮਾ, ਨਾਲ ਵੀ ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਟੀਬੀ ਹਸਪੀਟਲ 'ਚ ਅਸੀਂ ਗਏ ਹਾਂ, ਗੱਦੇ ਫਟੇ हैं, ਚੂਹੇ ਕੁੱਤੇ ਉੱਥੇ ਹੈ, ਬੁਰੀ ਹਾਲਤ ਹੈ, ਦਵਾਈ ਮਰੀਜ਼ ਨੂੰ ਮਿਲਦੀ ਨਹੀਂ ਹੈ ਤੇ ਸਰਕਾਰ ਦਾਅਵੇ ਕਰਦੀ ਵੀ ਅਸੀਂ ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਾਂ। ਦੇਖੋ ਜੀ, ਤੁਹਾਡੀ ਚੈਨਲ ਦੇ ਰਾਹੀਂ ਮੈਨੂੰ ਇਹ ਸਾਰੀ ਗੱਲ ਪਤਾ ਲੱਗੀ ਆ ਤੇ ਬੜੀ ਮੰਦਭਾਗੀ ਗੱਲ ਆ। ਸਾਡੇ ਮੰਤਰੀ ਸਾਹਿਬ ਨੇ ਇਸ ਚੀਜ਼ ਦਾ ਨੋਟਿਸ ਵੀ ਲਿਆ ਸੀ ਫਰੀਦਕੋਟ 'ਚ ਤੇ ਉਹਦਾ ਬੜਾ ਰੌਲਾ ਰੱਪਾ ਵੀ ਪਿਆ ਗਿਆ, ਪਰ ਮੰਤਰੀ ਸਾਹਿਬ ਨੂੰ ਜ਼ਮੀਨੀ ਹਕੀਕਤ ਵੀ ਪਤਾ ਹੋਣੀ ਚਾਹੀਦੀ ਆ। ਇੱਕ ਤੇ ਪਹਿਲਾਂ ਸਾਰੇ ਜਿਹੜੇ ਹੈੱਡ ਆ ਸਾਰਿਆਂ ਨੂੰ ਸੱਦ ਕੇ ਉਹਨਾਂ ਦੀ ਮੀਟਿੰਗ ਲੈਣ, ਉਹਨਾਂ ਨੂੰ ਕਹੋ ਵੀ ਰੋਜ਼ਾਨਾ ਜਿਹੜਾ ਇੱਕ ਰਾਊਂਡ ਕਰਨਾ ਚਾਹੀਦਾ। ਇਹ ਡਾਕਟਰ ਸਾਹਿਬ ਕੀ ਕਰਦੇ ਆ, ਇਹ ਦਵਾਈਆਂ ਕਮਿਸ਼ਨ ਵਾਲੀਆਂ ਲਿਖਣ ਦੇ ਵਿੱਚ ਨਾ ਮਸਤ ਰਹਿੰਦੇ ਆ। ਉਹ ਦਵਾਈਆਂ ਤੇ ਲਿਖਣ ਦੇ ਇਹਨਾਂ ਨੂੰ ਵੇਲ ਹੀ ਨਹੀਂ। ਐਮਆਰ ਮਿਲੀ ਜਾਂਦੇ, ਟੈਸਟਾਂ ਵਾਲੇ ਕੋਲ ਭਾਏ ਹੁੰਦੇ ਟੀਬੀ ਹਸਪਤਾਲ ਦੇ ਵਿੱਚ, ਤੇ ਉਹ ਦਵਾਈਆਂ ਦਾ ਕੀ ਹੁੰਦਾ, ਬਾਹਰ ਦੁਕਾਨਾਂ 'ਤੇ ਭੇਜਣ ਦੇ ਵਿੱਚ ਇਹ ਹਸਪਤਾਲ ਦਾ ਰਾਊਂਡ ਹੀ ਨਹੀਂ ਕਰਦੇ। ਹਸਪਤਾਲ ਦਾ ਰਾਊਂਡ ਕਰਨ ਤੇ ਇਹਨਾਂ ਨੂੰ ਅਸਲੀਅਤ ਪਤਾ ਲੱਗੇ। ਜੇ ਤੁਸੀਂ ਵੇਖ ਸਕਦੇ ਜੀ ਉੱਥੇ ਕੁੱਤੇ ਚੂਹੇ ਘੁੰਮਣ ਡੇ ਆ, ਗੱਦੇ ਪਾਟੇ ਗਏ ਆ, ਉੱਲੀ ਪਏ ਆ, ਪਿੱਛੂ ਪਏ ਆ, ਉਹਨਾਂ ਨੂੰ ਕੀੜੇ ਚੱਲਣ ਡੇ ਉਹਨਾਂ ਦੇ ਉੱਤੇ। ਕੀ ਇਹ ਮਰੀਜ਼ ਪੈਣ ਦੇ ਯੋਗ ਹੈਗਾ? ਇਹ ਵਾਇਲੇਸ਼ਨ ਆਫ ਹਿਊਮਨ ਰਾਈਟ ਹੈਗੀ ਆ। ਅੱਜ ਜਿਹੜਾ ਤੁਹਾਡੇ ਕੋਲ ਪਤਾ ਲੱਗਾ ਉਹਦੇ ਬੇਸ ਦੇ ਉੱਤੇ ਅੱਜ ਮੈਂ ਚੇਅਰਮੈਨ ਹਿਊਮਨ ਰਾਈਟ ਕਮਿਸ਼ਨ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਸਿਹਤ ਮੰਤਰੀ ਸਾਹਿਬ ਨੂੰ, ਸਕੱਤਰ ਸਿਹਤ ਨੂੰ, ਡਾਇਰੈਕਟਰ ਸਿਹਤ ਨੂੰ ਇੱਕ ਲੈਟਰ ਲਿਖਾਂਗਾ ਵੀ ਇਹ ਵੇਖੋ ਵੀ ਕੀ ਹਾਲ ਆ। ਮਾਨਵੀ ਵਿਹਾਰ ਹੋ ਰਿਹਾ। ਕੇਜਰੀਵਾਲ ਸਾਹਿਬ ਨੇ ਜਦੋਂ ਆਪ ਸਰਕਾਰ ਆਈ ਸੀ, ਇਹਨਾਂ ਨੇ ਇੱਕ ਗੱਲ ਕਹੀ ਸੀ, ਸਿਹਤ ਅਤੇ ਸਿੱਖਿਆ ਦੋ ਚੀਜ਼ ਸਾਡੀ ਪ੍ਰਾਇਓਰਟੀ ਹੋਊਗੀ, ਸਿਹਤ ਅਤੇ ਸਿੱਖਿਆ।
ਤੇ ਜੇ ਸਿਹਤ ਦਾ ਆ ਹਾਲ ਆ ਵੀ ਕੁੱਤੇ ਬਿੱਲੀਆਂ ਮੰਜੇ ਤੇ ਪਏ ਆ ਉੱਥੇ ਮੁੱਤਣ ਡੇ ਆ, ਉਹਦੇ ਉੱਤੇ ਮਰੀਜ਼ ਲੰਮੇ ਪਾਣੇ ਆ, ਤੇ ਫਿਰ ਨਰਕ ਦੇ ਸਾਖਸ਼ਾਤ ਵੇਖਣਾ ਹੋਵੇ ਤੇ ਟੀਵੀ ਹਸਪਤਾਲ 'ਚ ਵੇਖ ਲਓ ਜਾ ਕੇ। ਅੱਛਾ, ਇੱਕ ਚੀਜ਼ ਹੋਰ ਸਾਡੇ ਸਾਹਮਣੇ ਆਈ, ਉੱਥੇ ਐਮਰਜੈਂਸੀ 'ਚ ਅਸੀਂ ਕਈ ਮਰੀਜ਼ਾਂ ਨਾਲ ਗੱਲ ਕੀਤੀ ਹੈ। ਮਰੀਜ਼ ਕਹਿੰਦੇ ਵੀ ਦਵਾਈ ਸਾਨੂੰ ਇੱਥੇ ਕੱਖ ਨਹੀਂ ਮਿਲਦੀ, ਡਾਕਟਰ ਤਾਂ ਠੀਕ ਆਉਂਦੇ ਆ, ਦਵਾਈ ਸਾਰੀ ਸਾਨੂੰ ਬਾਹਰੋਂ ਲਿਆਉਣੀ ਪੈਂਦੀ ਹੈ। ਦੇਖੋ ਮਰੀਜ਼ ਤੇ ਟੀਬੀ ਦਾ ਪਹਿਲਾਂ ਹੀ ਮਰਿਆ ਹੁੰਦਾ ਤੇ ਦਵਾਈ ਉਹਨੂੰ ਬਾਹਰੋਂ ਮੰਗਾ ਕੇ, ਤੇ ਸਰਕਾਰ ਨੂੰ ਕੀ ਨਹੀਂ ਚਾਹੀਦਾ ਵੀ ਦਾਅਵਿਆਂ ਨੂੰ ਹਕੀਕਤ 'ਚ ਬਦਲੇ। ਇਸ ਚੀਜ਼ ਦੀ ਬਿਲਕੁਲ ਤੁਹਾਡੀ ਗੱਲ ਸਹੀ ਆ। ਸਰਕਾਰ ਕਹਿੰਦੀ ਵੀ ਟੀਵੀ ਹਸਪਤਾਲ ਦੇ ਵਿੱਚ ਅਸੀਂ ਟੀਵੀ ਦੇ ਮਰੀਜ਼ਾਂ ਵਾਸਤੇ ਦਵਾਈ ਜਿਹੜੀ ਮੁਫਤ ਕੀਤੀ ਆ, ਤੇ 500 ਰੁਪਈਆ ਜਿਹੜਾ ਇਹਨਾਂ ਨੂੰ ਭੱਤਾ ਵੀ ਦਿੱਤਾ ਜਾਂਦਾ ਵੀ ਖੁਰਾਕ ਖਾਣ, ਫਿਰ ਦਵਾਈ ਕਿਉਂ ਬਾਹਰੋਂ ਮੰਗਾਈ ਜਾਂਦੀ ਆ? ਇਸ ਚੀਜ਼ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ। ਜਿਹੜਾ ਵੀ ਡਾਕਟਰ ਉੱਥੇ ਕਮੀਨੀਆਂ ਹਰਕਤਾਂ ਕਰਦਾ, ਮਰੀਜ਼ਾਂ ਦਾ ਖੂਨ ਚੂਸਦਾ, ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਮਿਸ਼ਨ ਸਿਸਟਮ ਬੰਦ ਹੋਣਾ ਚਾਹੀਦਾ। ਅਸੀਂ ਤੁਹਾਡੇ ਚੈਨਲ ਦੇ ਬਿਲਕੁਲ ਨਾਲ ਆ, ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ। ਪੁਤਲੇ ਸਾੜਨੇ ਪੈਣਗੇ, ਕਿਸੇ ਦੇ ਪੁਤਲੇ ਸਾੜਾਂਗੇ, ਇਹਨਾਂ ਨੂੰ ਵਿਜੀਲੈਂਸ ਨੂੰ ਵੜਾਵਾਂਗੇ, ਪਰਚੀਆਂ ਸ਼ੋਅ ਕਰਾਂਗੇ। ਇਹਨਾਂ ਨੂੰ ਨਾ ਜਿਹੜੇ ਸਵੇਦਪੋਸ਼ ਹੈ ਨਾ, ਕੁਝ ਸਵੇਦਪੋਸ਼ ਜਿਹੜੇ 2 ਨੰਬਰ ਦੇ ਜਾਲੀ ਕੰਮ ਕਰਦੇ ਆ, ਇਹਨਾਂ ਦਾ ਪੂਰਾ ਜਲੂਸ ਕੱਢਿਆ ਜਾਊਗਾ। ਸਾਡਾ ਸੁਮਿਤ ਸ਼ਰਮਾ ਨੇ ਐਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨੇ। ਸੁਮਿਤ ਜੀ, ਦੇਖੋ ਸਾਰੀ ਘਟਨਾ ਦਾ ਤੁਹਾਨੂੰ ਪਤਾ ਹੈ ਵੀ ਕੀ ਹੈ, ਜ਼ਮੀਨੀ ਹਕੀਕਤ ਕੀ ਹੈ ਤੇ ਦਾਅਵੇ ਕੀ ਹੈ। ਜਿਸ ਤਰ੍ਹਾਂ ਕਿ ਸਾਡੇ ਚੇਅਰਮੈਨ ਸਾਹਿਬ ਜੀ ਨੇ ਦੱਸਿਆ ਕਿ ਟੀਬੀ ਹਸਪੀਟਲ ਵਿਖੇ ਜੋ ਕਿੰਨਾ ਗੰਦ ਆ, ਬਿਸਤਰੇ ਗੰਦੇ, ਸਭ ਕੁਝ ਗੰਦਾ, ਬਹੁਤ ਹੀ ਮੰਦਭਾਗਾ। ਸਿਹਤ ਮੰਤਰੀ ਸਾਹਿਬ ਦਾ ਵਿਜ਼ਨ ਬਹੁਤ ਵਧੀਆ, ਪਰ ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਨਹੀਂ ਪਤਾ। ਜਿਵੇਂ ਕਿ ਸਾਡੇ ਚੇਅਰਮੈਨ ਸਾਹਿਬ ਹੁਣ ਦੱਸ ਰਹੇ ਨੇ, ਬੜੀ ਵਧੀਆ ਗੱਲ ਆ ਕਿ ਸਾਰੇ HOD, ਪ੍ਰਿੰਸੀਪਲਸ, ਡਾਇਰੈਕਟਰਸ, ਸਾਰੇ ਸਿਵਲ ਸਰਜਨ, ਇਹਨਾਂ ਦੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ। ਉਹਦੇ ਵਿੱਚ ਆਪਣੇ ਇੰਸਟੀਟਿਊਸ਼ਨ ਦਾ ਇਹ ਆંકੜਾ ਇਕੱਠਾ ਕਰਕੇ ਦੱਸਣ ਕਿ ਸਾਨੂੰ ਇਸ ਚੀਜ਼ ਦੀ ਲੋੜ ਆ, ਇਸ ਚੀਜ਼ ਦਾ ਘਾਟ ਆ, ਤਾਂ ਜੋ ਕਿ ਛੇਤੀ ਨਾਲ ਉਹ ਘਾਟ ਪੂਰੀ ਕੀਤੀ ਜਾਵੇ। ਜਦੋਂ ਚੈਕਿੰਗ ਹੁੰਦੀ ਹੈ ਉਦੋਂ ਹੀ ਇਹ ਦੱਸ ਪਾਉਂਦੇ ਆ ਕਿ ਸਾਡੇ ਕੋਲ ਆਹ ਘਾਟ ਆ, ਸਾਡੇ ਕੋਲ ਆਹ ਘਾਟ ਆ। ਉਹ ਗੱਲ ਗਲਤ ਹੈ। ਕਿ ਇਹ ਪਹਿਲੇ ਹੀ ਮਰੀਜ਼ ਉੱਥੇ ਮਰਿਆ ਹੋਇਆ ਆਂਦਾ ਹੈ। ਇਹਨਾਂ ਵੱਲੋਂ ਇੱਕ ਐਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਿਊਮਨ ਰਾਈਟਸ ਦੇ ਚੇਅਰਮੈਨ ਨੂੰ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਇੱਕ ਚਿੱਠੀ ਵੀ ਅੱਜ ਲਿਖਣ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਕਿ ਕਿਉਂਕਿ ਉੱਥੇ ਮਰੀਜ਼ ਉਹੀ ਮਰੀਜ਼ ਨੇ ਜਿਨ੍ਹਾਂ ਦੀਆਂ ਵੋਟਾਂ ਲੈਣ ਅਸੀਂ ਇਹ ਲੀਡਰ ਲੋਕ ਘਰ ਘਰ ਜਾਂਦੇ ਤੇ ਉਹਨਾਂ ਨੂੰ ਹੱਥ ਜੋੜਦੇ ਨੇ ਕਿ ਸਾਨੂੰ ਵੋਟ ਪਾਓ। ਕਈ ਤਰ੍ਹਾਂ ਦੇ ਉਹਨਾਂ ਤੇ ਵਾਅਦੇ ਕੀਤੇ ਜਾਂਦੇ ਨੇ, ਪਰ ਵਾਅਦਿਆਂ ਦੀ ਅਸਲੀ ਹਕੀਕਤ ਕੀ ਹੈ, ਕਿਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਤੁਹਾਡੇ ਕੋਲ ਅਸੀਂ ਇਹ ਲੜੀਵਾਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਕਿ ਤੁਹਾਨੂੰ ਜ਼ਮੀਨੀ ਹਕੀਕਤ ਤੋਂ ਸਰਕਾਰ ਨੂੰ ਵੀ ਜਾਗਰੂਕ ਕਰਵਾਇਆ ਜਾਏਗਾ ਕਿ ਹਕੀਕਤ ਕੀ ਹੈ ਤੇ ਦਾਅਵੇ ਕੀ ਨੇ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।